ਅੰਤ ਵਿੱਚ ਸਕਸੈਸ ਤਾਂ ਇਸ ਚੀਜ਼ ਦੀ ਹੈ ਕਿ ਜਿਹੜਾ ਫਾਈਨੈਂਸ਼ੀਅਲ ਬਰਡਨ ਗੁਰੂ ਘਰ ਉੱਤੇ ਪੈ ਰਿਹਾ ਉਹ ਫਾਈਨਲੀ ਹਟਣਾ ਚਾਹੀਦਾ ਹੈ ਅਤੇ ਸਰਕਾਰੀ ਸਕੂਲ ਦੀ ਤਨਖਾਹ ਸਰਕਾਰ ਤੋਂ ਹੀ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ ਜੀ, ਜਿਹੜੇ ਤੁਹਾਡੇ ਵਿਰੋਧੀ ਸੀ, ਜਿਹੜੇ ਜਦੋਂ ਤੁਹਾਨੂੰ ਅਧਿਅਕਸ਼ ਦੀ ਕਮਾਨ ਸੰਭਾਲੀ ਗਈ ਸੀ, ਇੱਕ ਤਰਫਾ ਮਾਹੌਲ ਉਹਨਾਂ ਨੇ ਪੈਦਾ ਕਰਤਾ ਸੀ, ਤੁਹਾਡੇ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਸੀ, ਤੁਹਾਨੂੰ ਬਹੁਤ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਸੀ, ਅੱਜ ਉਹ ਵੀ ਤੁਹਾਡੀ ਤਾਰੀਫਾਂ ਦੇ ਪੁੱਲ ਬਣ ਰਹੇ ਨੇ। ਤੁਹਾਡੇ ਇਸ ਡਿਸੀਜਨ ਤੋਂ ਤੁਹਾਡੇ ਕਾਇਲ ਹੋ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਹੁਣ ਕਿੰਨਾ ਕੁ ਤੁਹਾਨੂੰ ਵਿਸ਼ਵਾਸ ਹੈ, ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੀ ਭਰਤੀ ਹੈ ਉਹ ਬਿਲਕੁਲ ਪਾਰਦਰਸ਼ਤਾ ਦੇ ਨਾਲ ਹੋਏਗੀ? ਜਿਹੜਾ ਦੱਸਿਆ ਜਾ ਰਿਹਾ ਸੀ ਕਿ 20-25 ਲੱਖ ਰੁਪਈਆ ਮੁੱਲ ਪਾਇਆ ਜਾ ਰਿਹਾ, ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਪਾਇਆ ਗਿਆ। ਜਿਹੜਾ ਪਿਛਲਾ ਕਰੋੜਾਂ ਦਾ ਨੁਕਸਾਨ ਹੋਇਆ, ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਡਾਇਰੈਕਟਰ ਨੇ ਜਾਂ ਪੂਰੇ ਰਨਿੰਗ ਕਮੇਟੀ, ਉਹਨਾਂ ਦੇ ਆਪਸੀ ਤਾਲਮੇਲ ਨਾ ਹੋਣ ਦਾ ਖਾਮਿਆਜਾ ਜਿਹੜਾ ਹੈ ਉਹ ਸੰਗਤ ਦੀ ਰਕਮ ਦਾ ਭੁਗਤਣਾ ਪਿਆ, ਸੰਗਤ ਦਾ ਨੁਕਸਾਨ ਹੋਇਆ। ਕਿਤੇ ਨਾ ਕਿਤੇ ਹੁਣ ਰੋਸ਼ ਪਾਈ ਜਾ ਰਹੀ ਹੈ ਸੰਗਤ, ਇਹ ਸੰਗਤ ਬਖਸ਼ਣ ਦੇ ਮੂਡ 'ਚ ਨਹੀਂ ਹੈ ਇਸ ਵਾਰ। ਨਿਰਣਾ ਲੈਣ ਦੀ ਸ਼ਮਤਾ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ, ਉਹਦੇ ਤੋਂ ਕਈ ਲੋਕ ਨਾਰਾਜ਼ ਨੇ। ਇਹ ਸਾਜ਼ਿਸ਼ਾਂ ਰਚੀ ਜਾ ਰਹੀਆਂ ਕਿ ਬਹੁਤ ਹੀ ਮੁਸ਼ਕਿਲ ਇਹਨਾਂ ਨੂੰ 1 ਸਾਲ ਤੱਕ ਝੇਲਿਆ ਜਾ ਰਿਹਾ, ਉਸ ਤੋਂ ਬਾਅਦ ਤੁਰੰਤ ਹੀ ਤਖਤਾ ਪਲਟ ਕਰਕੇ ਕਿਸੇ ਹੋਰ ਨੂੰ ਬਾਗਡੋਰ ਸੌਂਪੀ ਜਾਏਗੀ। ਆਪਾਂ ਜਦੋਂ ਤੱਕ ਗੁਰੂ ਨਾਨਕ ਦੇਵ ਜੀ ਨੇ ਸੇਵਾ ਬਖਸ਼ੀ ਹੋਈ ਹੈ, ਆਪਾਂ ਇਮਾਨਦਾਰੀ ਨਾਲ ਕਰਾਂਗੇ, ਆਪਣੀ ਨਿਸ਼ਠਾ ਨਾਲ ਕਰਾਂਗੇ, ਅਤੇ ਜਦੋਂ ਸੰਗਤ ਦਾ ਜੋ ਫੈਸਲਾ ਹੋਏਗਾ ਉਹ ਸਿਰ ਮੱਥੇ। ਯਾਨੀ ਪਦ ਦੀ ਕੋਈ ਲਾਲਸਾ ਨਹੀਂ। ਔਰ ਆਪਾਂ ਨੂੰ ਤਾਂ ਗੁਰਸਿੱਖਾਂ ਨੂੰ ਪਹਿਲੀ ਮਾਤੇ ਦਿੱਤੀ ਗਈ ਹੈ ਕਿ ਜਦੋਂ ਤੁਸੀਂ ਅੰਮ੍ਰਿਤ ਬਾਟਾ ਸ਼ੇਅਰ ਕਰ ਲਿਆ, ਉਹਦੇ ਬਾਅਦ ਤੁਹਾਡੇ ਵਿੱਚ ਕੋਈ ਫਰਕ ਹੀ ਕੋਈ ਨਹੀਂ, ਤੁਸੀਂ ਸਾਰੇ ਇੱਕ ਹੈਗੇ ਹੋ। ਹਰਵਿੰਦਰ ਸਿੰਘ ਚਾਵਲਾ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦੀ ਹਰ ਐਕਟੀਵਿਟੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਅੱਜ ਵੀ ਅਸੀਂ ਤੁਹਾਨੂੰ ਉੱਥੇ ਦੇ ਜਿਹੜੇ ਅਧਿਅਕਸ਼ ਨੇ ਡਾਕਟਰ ਹਰਬੰਸ ਸਿੰਘ ਚੁੱਘ ਸਾਹਿਬ, ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਕਿਉਂਕਿ ਇੱਕ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਉੱਠਦੀ ਸੀ ਕਿ ਉੱਥੇ ਸਿੱਖਿਆ ਸਮਿਤੀ ਦੀ ਕਮੇਟੀ ਦਾ ਗਠਨ ਕੀਤਾ ਜਾਏ, ਜਿਹਦੇ ਨਾਲ ਸਕੂਲਾਂ ਦੇ ਵਿੱਚ ਜਿਹੜੀ ਟੀਚਰਾਂ ਦੀ ਭਰਤੀ ਰੁਕੀ ਹੋਈ ਹੈ ਉਹ ਹੋ ਸਕੇ, ਅਤੇ ਜਿਹੜਾ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਉਹਦੇ ਉੱਤੇ ਵਿਰਾਮ ਲੱਗੇ। ਕਈ ਸਾਲਾਂ ਤੋਂ ਇਹ ਮੰਗ ਉੱਠ ਰਹੀ ਸੀ, ਲੇਕਿਨ ਪਿਛਲੀ ਕਮੇਟੀ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਉੱਥੇ ਜਿਹੜੀ ਭਰਤੀਆਂ ਜਿਹੜੀਆਂ ਉਹ ਨਹੀਂ ਸੀ ਹੋ ਪਾਈਆਂ। ਸੋ ਇੱਕ ਬਹੁਤ ਵੱਡੀ ਹੁਣ ਜਿਹੜੀ ਆਪਾਂ ਤੁਹਾਨੂੰ ਡਿਟੇਲ ਸਾਂਝੀ ਕੀਤੀ ਹੈ ਕਿ ਸਿੱਖਿਆ ਸਮਿਤੀ ਦੀ ਕਮੇਟੀ ਦਾ ਗਠਨ ਕਰ ਲਿਆ ਗਿਆ। ਭਾਵੇਂ ਕਿ ਭਾਰੀ ਹੰਗਾਮਾ ਹੋਇਆ ਹੈ, ਲੇਕਿਨ ਫਿਰ ਵੀ ਉਹਦੇ ਬਾਵਜੂਦ ਜਿਹੜੇ ਅਧਿਅਕਸ਼ ਨੇ ਨਵੇਂ ਬਣੇ ਡਾਕਟਰ ਹਰਬੰਸ ਸਿੰਘ ਚੁੱਘ ਸਾਹਿਬ, ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ। ਬਹੁਤ ਵਧੀਆ ਮੈਸੇਜ ਗਿਆ ਹੈ। ਹੁਣ ਕਿਤੇ ਨਾ ਕਿਤੇ ਟੀਚਰਾਂ ਦੀ ਭਰਤੀ ਦੇ ਰਸਤੇ ਖੁੱਲ੍ਹੇ ਨੇ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ 5.5-6 ਲੱਖ ਰੁਪਈਆ ਜਿਹੜਾ ਪਰ ਮੰਥ ਜਿਹੜਾ ਨੁਕਸਾਨ ਹੋ ਰਿਹਾ ਹੈ, ਜਿਹਦਾ ਬੋਝ ਗੁਰੂ ਦੀ ਗੋਲਕ ਉੱਤੇ ਪੈ ਰਿਹਾ ਹੈ, ਉਹ ਸੇਵਿੰਗ ਹੋ ਸਕੇਗੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜੀ ਦਾ ਸਵਾਗਤ ਕਰ ਦਿੰਦੇ ਹਾਂ, ਵਧਾਈ ਵੀ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਚਰਚਾ ਸ਼ੁਰੂ ਕਰਾਂਗੇ। ਇਸ ਤੋਂ ਬਾਅਦ ਕੀ ਭਰਤੀ ਜਿਹੜੀ ਹੈ ਉਹ ਪਾਰਦਰਸ਼ਤਾ ਦੇ ਨਾਲ ਹੋ ਸਕੇਗੀ? ਜਿਹੜੀ ਸਿੱਖਿਆ ਸਮਿਤੀ ਦਾ ਗਠਨ ਹੋਇਆ ਹੈ ਉਹ ਕਿੰਨਾ ਹਾਲਾਤਾਂ ਦੇ ਵਿੱਚ ਹੋਇਆ ਹੈ, ਕਿਉਂਕਿ ਭਾਰੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਡਾਕਟਰ ਸਾਹਿਬ ਜੀ ਨੂੰ। ਸਭ ਤੋਂ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਹਾਂ ਅਤੇ ਵਧਾਈ ਵੀ ਦਿੰਦੇ ਹਾਂ। ਡਾਕਟਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਕੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਇੱਕ ਸੰਗਤਾਂ ਦੀਆਂ ਬੜੇ ਚਿਰਾਂ ਤੋਂ ਮੰਗ ਸੀ, ਜਿਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸੀ, ਤੁਸੀਂ ਕਾਮਯਾਬੀ ਹਾਸਲ ਕੀਤੀ ਹੈ। ਪਹਿਲੀ ਪ੍ਰਤੀਕਿਰਿਆ ਕੀ ਹੈ ਤੁਹਾਡੀ ਇਹਦੇ ਵਿੱਚ? ਇਹ ਕਾਮਯਾਬੀ ਤਾਂ ਬਾਬੇ ਨਾਨਕ ਦੀ ਹੈ, ਔਰ ਬਾਬੇ ਨਾਨਕ ਦੇ ਆਸ਼ੀਰਵਾਦ ਨਾਲ ਹੀ ਜੋ ਹੋ ਰਿਹਾ ਹੈ, ਜਿਵੇਂ ਉਸ ਕੁਦਰਤ ਦਾ ਬਾਣਾ ਹੈ। ਬੇਸਿਕਲੀ ਸਭ ਤੋਂ ਵੱਡੀ ਚੀਜ਼ ਹੈ ਕਿ ਸਾਰੇ ਡਾਇਰੈਕਟਰਾਂ ਨੇ ਮਿਲ ਕੇ ਸੂਝ-ਬੂਝ ਨਾਲ ਹੀ ਇਲੈਕਸ਼ਨ ਦਾ ਪ੍ਰੋਸੈਸ ਸੰਪੰਨ ਕੀਤਾ ਹੈ। ਔਰ ਅਗਾਂਹ ਚੈਲੰਜ ਹੈਗਾ ਹੈ ਕਿ ਹੁਣ ਐਜੂਕੇਸ਼ਨ ਕਮੇਟੀਆਂ ਨੇ ਜਿਹੜੇ ਕੰਮ ਕਰਨੇ ਨੇ ਉਹ ਕੰਮ ਚੰਗੀ ਤਰ੍ਹਾਂ ਕਰਨ, ਅੱਛੀ ਤਰ੍ਹਾਂ ਕਰਨ। ਅੰਤ ਵਿੱਚ ਸਕਸੈਸ ਤਾਂ ਇਸ ਚੀਜ਼ ਦੀ ਹੈ ਕਿ ਜਿਹੜਾ ਫਾਈਨੈਂਸ਼ੀਅਲ ਬਰਡਨ ਗੁਰੂ ਘਰ ਉੱਤੇ ਪੈ ਰਿਹਾ ਉਹ ਫਾਈਨਲੀ ਹਟਣਾ ਚਾਹੀਦਾ ਹੈ, ਅਤੇ ਸਰਕਾਰੀ ਸਕੂਲ ਦੀ ਤਨਖਾਹ ਸਰਕਾਰ ਤੋਂ ਹੀ ਹੋਣੀ ਚਾਹੀਦੀ ਹੈ।
ਗੁਰੂ ਘਰ ਦਾ ਪੈਸਾ ਉਹਦੇ ਉੱਤੇ ਨਹੀਂ ਜਾਣਾ ਚਾਹੀਦਾ। ਡਾਕਟਰ ਸਾਹਿਬ ਜੀ, ਜਿਹੜੇ ਤੁਹਾਡੇ ਵਿਰੋਧੀ ਸੀ, ਜਿਹੜੇ ਜਦੋਂ ਤੁਹਾਨੂੰ ਅਧਿਕਸ਼ ਦੀ ਕਮਾਨ ਸੰਭਾਲੀ ਗਈ ਸੀ, ਇੱਕ ਤਰਫਾ ਮਾਹੌਲ ਉਹਨਾਂ ਨੇ ਪੈਦਾ ਕਰਤਾ ਸੀ, ਤੁਹਾਡੇ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਸੀ, ਤੁਹਾਨੂੰ ਬਹੁਤ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਸੀ, ਅੱਜ ਉਹ ਵੀ ਤੁਹਾਡੀ ਤਾਰੀਫਾਂ ਦੇ ਪੁੱਲ ਬਣ ਰਹੇ ਨੇ, ਤੁਹਾਡੇ ਇਸ ਡਿਸੀਜਨ ਤੋਂ ਤੁਹਾਡੇ ਕਾਇਲ ਹੋ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਮੈਂ ਇਸ ਬਾਰੇ 'ਚ ਬਹੁਤ ਜ਼ਿਆਦਾ ਕਮੈਂਟ ਨਹੀਂ ਕਰਾਂਗਾ। ਬੇਸਿਕਲੀ ਮੈਂ ਵੈਸੇ ਤਾਂ ਗੁਰੂ ਘਰ ਵਿੱਚ ਦੇਖੋ ਕਨਸਟੀਟਿਊਸ਼ਨਲੀ ਉਹਦੇ ਵਿੱਚ ਗਰੁੱਪਬਾਜੀ ਦੀ ਕੋਈ ਜਗ੍ਹਾ ਨਹੀਂ ਹੈ। ਇਹ ਕਿਤੇ ਨਹੀਂ ਰੱਖਿਆ ਹੋਇਆ ਕਿ ਉਹਦੇ 'ਚ ਦੋ ਪਾਰਟੀਆਂ ਹੋਣਗੀਆਂ ਜਾਂ ਦਲ ਵਾਈਜ਼ ਹੀ ਕੋਈ ਇਲੈਕਸ਼ਨ ਹੋਏਗਾ। ਲੇਕਿਨ ਦਲ ਤਾਂ ਬਣ ਗਏ ਸੀਗੇ, ਉਹ ਬਣੇ ਲੇਬਲ ਤਾਂ ਲੱਗ ਚੁੱਕੇ ਸੀ। ਅਨਫੋਰਚੂਨੇਟਲੀ ਦੁਰਭਾਗ ਹੈਗਾ ਕਿ ਇਸ ਦਲ ਬਣੇ ਹੋਏ ਨੇ, ਲੇਕਿਨ ਬੇਸਿਕਲੀ 27 ਡਾਇਰੈਕਟਰਾਂ ਦੀ ਜਗ੍ਹਾ ਹੈਗੀ ਹੈ। ਉਹ ਡੈਲੀਗੇਟ ਹੈਗੇ ਨੇ ਆਪਣੇ ਆਪਣੇ ਇਲਾਕਿਆਂ ਤੋਂ। 27 ਦੇ 27 ਨੂੰ ਦਲਗਤ ਅਗਰ ਹੈਗੇ ਵੀ ਨੇ ਇਲੈਕਸ਼ਨ ਦੇ ਟਾਈਮ ਤੱਕ, ਲੇਕਿਨ ਇੱਕ ਵਾਰੀ ਜਿੱਤਣ ਦੇ ਬਾਅਦ ਜਦੋਂ ਡਾਇਰੈਕਟਰ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਸਿਰਫ ਗੁਰੂ ਘਰ ਨੂੰ ਸੰਮੁਖ ਰੱਖ ਕੇ ਸਾਰੇ ਫੈਸਲੇ ਕਰਨੇ ਚਾਹੀਦੇ ਨੇ ਤੇ ਮੈਰਿਟ ਉੱਤੇ ਗੁਣ ਦੋਸ਼ ਤੇ ਹੀ ਆਪਣਾ ਵੋਟ ਵਟਾਂਦਰਾ ਕਰਨਾ ਚਾਹੀਦਾ ਹੈ ਜਾਂ ਮਤ ਵਟਾਂਦਰਾ ਕਰਨਾ ਚਾਹੀਦਾ ਹੈ। ਤੇ ਇਹਨਾਂ ਚੀਜ਼ਾਂ ਤੋਂ ਹਟਣਾ ਚਾਹੀਦਾ ਹੈ। ਜहाँ तक मेरे विरोध की गल है, मैं तो शुरू तो ही एक ही एजेंडा लैके चलिया। मैं अगर एक ग्रुप नाल सी तो मैं दूजे नूं बेनती करदा सी इकट्ठे चलो, दूजे विच सी तां भी पहले नूं करदा रहा कि बेनती। ਇਸ ਤਰ੍ਹਾਂ ਸੀ ਪਹਿਲਾਂ ਤੁਹਾਡੇ ਦਾ ਲੇਬਲ ਕਿਸੇ ਹੋਰ ਪਾਰਟੀ ਦਾ ਲੱਗਾ ਹੋਇਆ ਸੀ, ਹੁਣ ਜਦੋਂ ਇਹ ਕਮੇਟੀ ਬਣੀ ਹੈ ਤੇ ਤੁਹਾਡੇ ਉੱਤੇ ਲੇਬਲ ਕਿਸੇ ਹੋਰ ਪਾਰਟੀ ਦਾ ਲੱਗ ਗਿਆ, ਯਾਨੀ ਕਿ ਤੁਸੀਂ ਹੁਣ ਦੂਜੇ ਗੁੱਟ ਦੇ ਹੋ ਗਏ ਹੋ। ਇਹਦਾ ਕਿਉਂ ਹੈ? ਇਹਦਾ ਕਿਉਂ ਮਹਿਸੂਸ ਹੋਇਆ? ਇਹ ਸਭ ਮਨ ਦਾ ਭਰਮ ਹੈਗਾ। ਮੈਂ ਤਾਂ ਆਪਣੀ ਜਗ੍ਹਾ ਤੇ ਹੈਗਾ, ਦੋਵੇਂ ਗੁੱਟ ਹੀ ਮੇਰੇ ਹੈਗੇ ਨੇ, ਦੋਵੇਂ ਹੀ ਸੰਗਤ ਵੀ ਮੇਰੇ ਨੇ, ਦੋਵੇਂ ਡਾਇਰੈਕਟਰ ਵੀ ਮੇਰੇ ਨੇ। ਮੈਂ ਤਾਂ ਸਿਰਫ ਇਸ ਚੀਜ਼ ਦਾ ਪੱਖਦਾਰ ਹਾਂ ਕਿ ਸਭ ਰਲ ਮਿਲ ਕੇ ਕੰਮ ਕਰੋ ਔਰ ਕਿਸ ਚੀਜ਼ ਦੀ ਗੁੱਟਬਾਜੀ, ਕਿਸ ਚੀਜ਼ ਦੇ ਗਰੁੱਪ, ਸਭ ਗੁਰੂ ਘਰ ਦੀ ਸੇਵਾ ਕਰਨ ਆਏ ਨੇ। ਗੁਣ ਦੋਸ਼ ਉੱਤੇ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ, ਜਿਹੜੀ ਚੀਜ਼ ਨਹੀਂ, ਜਿਹੜੀ ਗਲਤ ਹੈਗੀ ਉਹ ਹਮੇਸ਼ਾ ਗਲਤ ਹੈਗੀ, ਜਿਹੜੀ ਚੀਜ਼ ਸਹੀ ਹੈ ਯਾਨੀ ਕਿ ਤੁਸੀਂ ਸਹੀ ਦੇ ਨਾਲ ਹੋ, ਲੇਬਲ ਤੁਹਾਡੇ ਤੇ ਨਹੀਂ ਲੱਗਾ, ਤੁਸੀਂ ਸਹੀ ਦੇ ਨਾਲ ਇਹ ਕਹਿ ਸਕਦੇ ਹੋ। ਹਾਂਜੀ, ਮੈਂ ਆਪਣੇ ਨੂੰ ਕਹਿਣਾ, ਮੈਂ ਜਿੱਥੇ ਹੈਗਾ ਸੀ ਮੈਂ ਅੱਜ ਵੀ ਉੱਥੇ ਹੀ ਹੈਗਾ ਤੇ ਮੈਂ ਹਮੇਸ਼ਾ ਇੱਕੋ ਹੀ ਗੱਲ ਹੈ ਕਿ ਮੇਰੇ ਕੋਲੋਂ ਵਾਹਿਗੁਰੂ ਕੋਈ ਗਲਤ ਕੰਮ ਨਾ ਕਰਾਵੇ ਔਰ ਜਿੰਨੇ ਵੀ ਕੰਮ ਹੋਣ ਉਹ ਸਾਰੇ ਸਾਫ ਸੁਥਰੇ ਸਹੀ ਹੋਣ। ਬਿਲਕੁਲ ਜੀ। ਸੰਗਤ ਜੀ, ਇੱਕ ਚੀਜ਼ ਹੋਰ ਦੱਸ ਦਈਏ, ਡਾਕਟਰ ਸਾਹਿਬ ਨੇ ਜਦੋਂ ਦੀ ਕਮਾਨ ਸੰਭਾਲੀ ਹੈ, ਤੁਸੀਂ ਦੇਖਿਆ ਹੋਣਾ ਹੈ, ਭਾਵੇਂ ਥੋੜ੍ਹੇ ਇਹਨਾਂ ਨੇ ਫੇਰ ਬਦਲ ਕੀਤੇ ਨੇ, ਲੇਕਿਨ ਉਹਦੇ ਬਾਅਦ ਜਿਹੜੀ ਵ੍ਰਿੱਧੀ ਹੋਈ ਹੈ, ਗੁਰੂ ਦੀ ਗੋਲਕ ਦੀ ਰਕਮ ਦੇ ਵਿੱਚ ਇੱਕਦਮ ਵਾਧਾ ਹੋਇਆ। ਪਿਛਲੇ 4 ਮਹੀਨੇ ਦੇ ਵਿੱਚ ਅਸੀਂ ਇਹਨਾਂ ਦਾ ਜਦੋਂ ਸਰਵੇ ਕੀਤਾ ਸੀ, ਇਹਨਾਂ ਨੇ ਆંકੜੇ ਦੱਸੇ ਸੀ 1 ਕਰੋੜ ਤੋਂ ਵੱਧ ਕੇਵਲ ਗੁਰੂ ਦੀ ਜਿਹੜੀ ਗੋਲਕ ਹੈ ਉਹਦੇ ਵਿੱਚ ਵਾਧਾ ਹੋਇਆ। ਕੁਝ ਇਹਨਾਂ ਨੇ ਸਿਸਟਮ ਚੇਂਜ ਕੀਤੇ ਨੇ। ਪਹਿਲਾਂ ਜਿਹੜੀ ਗੋਲਕ ਦੀ ਰਕਮ ਸੀ ਉਹਦਾ ਬਾਇਲੌਜ ਤਾਂ ਸੀ ਕਿ ਬੈਂਕ 'ਚ ਜਾਣੀ ਚਾਹੀਦੀ ਹੈ, ਲੇਕਿਨ ਉਹ ਨਿਯਮ ਫਾਲੋ ਨਹੀਂ ਕੀਤੇ ਜਾ ਰਹੇ ਸੀ। ਇਹਨਾਂ ਨੇ ਜਿਹੜੇ ਨਿਯਮ ਫਾਲੋ ਕਰਨੇ ਸ਼ੁਰੂ ਕੀਤੇ ਹੈ ਤੇ ਇੱਕਦਮ ਉੱਥੇ ਵ੍ਰਿੱਧੀ ਹੋਈ ਹੈ। ਹੁਣ ਡਾਕਟਰ ਸਾਹਿਬ ਕੋਲ ਫਿਰ ਆਉਂਦੇ ਆ, ਸਿੱਖਿਆ ਸਮਿਤੀ ਦਾ ਗਠਨ ਤੇ ਹੋ ਚੁੱਕਿਆ ਹੈ। ਸਾਨੂੰ ਜੋ ਜਾਣਕਾਰੀ ਮਿਲੀ, ਸਿੱਖਿਆ ਸਮਿਤੀ ਦਾ ਗਠਨ ਪਹਿਲਾਂ ਵੀ ਹੋ ਗਿਆ ਸੀ, ਲੇਕਿਨ ਜਿਹੜੀ ਵੱਡੀ ਚੁਣੌਤੀ ਹੈ ਹੁਣ ਟੀਚਰਾਂ ਦੀ ਭਰਤੀ ਦਾ ਸਵਾਲ ਹੁੰਦਾ ਹੈ। 40 ਭਰਤੀਆਂ ਲਗਭਗ ਦੱਸੀ ਜਾ ਰਹੀਆਂ ਨੇ। ਇਸ ਭਰਤੀ ਦੇ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਦੇ ਜਿਹੜੇ ਨੇ ਉਹ ਸਵਾਲ ਪਹਿਲੇ ਉੱਠੇ ਨੇ। ਪਿਛਲੀ ਕਮੇਟੀ ਵਿੱਚ ਵੀ ਇਹ ਵੀ ਦੱਸਿਆ ਗਿਆ ਸੀ ਕਿ ਡਾਇਰੈਕਟਰਾਂ ਦੇ ਕੋਲ ਭਰਤੀ ਦੇ ਨਾਮ ਤੇ ਲੱਖੋਂ ਰੁਪਈਆ ਆਇਆ ਹੈ। ਹੁਣ ਜਿਹੜੀ ਵੱਡੀ ਸਭ ਤੋਂ ਚੁਣੌਤੀ ਹੈ ਕਿ ਭਰਤੀਆਂ ਦੇ ਵਿੱਚ ਕਿੰਨੀ ਕੁ ਪਾਰਦਰਸ਼ਤਾ ਹੋਏਗੀ, ਕਿੰਨਾ ਕੁ ਡਾਕਟਰ ਸਾਹਿਬ ਨੂੰ ਵਿਸ਼ਵਾਸ ਹੈ, ਇਹਦੇ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡਾਕਟਰ ਸਾਹਿਬ ਜੀ, ਚਲੋ ਤੁਸੀਂ ਪਹਿਲਾ ਸਟੈਪ ਤਾਂ ਚੁੱਕਣ ਨੂੰ ਕਾਮਯਾਬ ਹੋਏ ਹੋ, ਤੁਸੀਂ ਕਾਮਯਾਬੀ ਹਾਸਲ ਕੀਤੀ ਹੈ। ਹੁਣ ਕਿੰਨਾ ਕੁ ਤੁਹਾਨੂੰ ਵਿਸ਼ਵਾਸ ਹੈ, ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੀ ਭਰਤੀ ਹੈ ਉਹ ਬਿਲਕੁਲ ਪਾਰਦਰਸ਼ਤਾ ਦੇ ਨਾਲ ਹੋਏਗੀ? ਜਿਹੜਾ ਦੱਸਿਆ ਜਾ ਰਿਹਾ ਸੀ ਕਿ 20-25 ਲੱਖ ਰੁਪਈਆ ਮੁੱਲ ਪਾਇਆ ਜਾ ਰਿਹਾ, ਉਹਦੇ ਉੱਤੇ ਕਿੰਨਾ ਕੁ ਵਿਰਾਮ ਲੱਗੇਗਾ? ਦੇਖੋ, ਸਾਰੀ ਸੰਗਤਾਂ ਨੇ ਜਿਨ੍ਹਾਂ ਨੂੰ ਵੀ ਡਾਇਰੈਕਟਰ ਚੁਣ ਕੇ ਭੇਜਿਆ ਹੈ, ਅਸੀਂ ਉਮੀਦ ਕਰਨੇ ਹੈ ਔਰ ਉਹਨਾਂ ਡਾਇਰੈਕਟਰਾਂ ਤੋਂ ਵੀ ਉਮੀਦ ਕਰਨੇ ਹੈ ਕਿ ਉਹ ਇਮਾਨਦਾਰੀ ਨਾਲ ਗੁਰੂ ਘਰ ਦਾ ਕੰਮ ਕਰਨਗੇ ਔਰ ਸੰਗਤਾਂ ਨੇ ਵੀ ਉਹਨਾਂ ਨੂੰ ਕੁਝ ਦੇਖ ਕੇ ਉਹਨਾਂ ਦੇ ਅੰਦਰ ਉਹਨਾਂ ਨੂੰ ਆਪਣੇ ਆਪਣੇ ਇਲਾਕੇ ਤੋਂ ਭੇਜਿਆ ਹੈ। ਹੁਣ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸੀ, ਉਹਨਾਂ ਬਹੁਮਤ ਦੇ ਆਧਾਰ 'ਤੇ, ਜਿਹਦੇ ਵਾਸਤੇ ਸੰਗਤ ਇੱਕ ਤਰੀਕੇ ਸੰਗਤ ਦਾ ਹੀ ਫੈਸਲਾ ਹੈਗਾ, ਬਹੁਮਤ ਦੇ ਆਧਾਰ 'ਤੇ ਕਮੇਟੀਆਂ ਬਣਾ ਦਿੱਤੀਆਂ ਨੇ। ਹੁਣ ਮੈਂ ਕਮੇਟੀਆਂ ਤੋਂ ਪੂਰੀ ਉਮੀਦ ਕਰਨਾ ਕਿ ਉਹ ਜਿੰਨਾ ਵੀ ਪ੍ਰੋਸੈਸ ਹੈਗਾ, ਕਿਉਂਕਿ ਹੁਣ ਬਾਗਡੋਰ ਉਹਨਾਂ ਦੇ ਹੱਥ ਚਲੀ ਗਈ ਹੈ ਇਸ ਭਰਤੀਆਂ ਦੇ ਮਾਮਲੇ 'ਚ। ਯਾਨੀ ਕਿ ਭਰਤੀਆਂ ਦੇ ਮਾਮਲੇ ਹੁਣ ਤੁਹਾਡੇ ਹੱਥ ਨਹੀਂ ਹੈ? ਹਾਂਜੀ, ਹੁਣ ਭਰਤੀਆਂ ਦੇ ਮਾਮਲੇ ਵਿੱਚ ਇਹ ਜਿਹੜੀ ਸਕੂਲਾਂ ਦੀ ਜਿਹੜੀ ਕਮੇਟੀ, ਯਾਨੀ ਕਿ ਹੁਣ ਜਿਵੇਂ ਸਾਰੀ ਪਾਵਰ ਉਹਨਾਂ ਕੋਲ ਹੈ। ਯਾਨੀ ਕਿ ਹੁਣ ਜਿਵੇਂ ਹਰਪਾਲ ਸਿੰਘ ਜੀ ਜਿਨ੍ਹਾਂ ਨੂੰ ਅਧਿਕਸ਼ ਬਣਾਇਆ ਗਿਆ ਹੈ, ਪਿਛਲੀ ਵਾਰ ਵੀ ਉਹ ਸ਼ਾਇਦ ਮੈਨੇਜਰ ਸੀਗੇ ਉੱਥੇ, ਤੇ ਸਵਾਲ ਉੱਠੇ ਗਏ
ਕਿ ਆਰੋਪ ਲੱਗੇ ਕਿ ਇਹਨਾਂ ਵੱਲ ਲੱਖਾਂ ਰੁਪਏ ਦੀ ਆਫਰਾਂ ਹੈਗੀਆਂ, ਲੱਖਾਂ ਰੁਪਏ ਇਹਨਾਂ ਡਾਇਰੈਕਟਰਾਂ ਕੋਲ ਹੈਗੇ ਪੈਸੇ ਫੜੇ ਹੋਏ ਆ, ਭਰਤੀਆਂ ਕਿਸੇ ਕਾਰਨ ਨਹੀਂ ਹੋ ਪਾ ਰਹੀਆਂ, ਉਹਨਾਂ ਨੂੰ ਫਿਰ ਬਾਗਡੋਰ ਦਿੱਤੀ ਗਈ, ਅਧਿਕਸ਼ ਬਣਾਇਆ ਗਿਆ। ਤੇ ਕਿੰਨਾ ਕੁ ਸੰਗਤ ਵਿਸ਼ਵਾਸ ਜਤਾਉਣਾ ਚਾਹੁੰਦੇ ਹੋ ਕਿ ਬਿਲਕੁਲ ਪਾਰਦਰਸ਼ਤਾ ਦੇ ਨਾਲ ਕੰਮ ਹੋਏਗਾ? ਦੇਖੋ, ਮੈਂ ਤਾਂ ਪੂਰਾ ਭਰੋਸਾ ਕਰਾਂਗਾ, ਪੂਰਾ ਵਿਸ਼ਵਾਸ ਕਰਾਂਗਾ ਕਿ ਹਮ ਜਿਹੜੇ ਵੀ ਹੁਣ ਚੁਣੇ ਗਏ ਨੇ ਅਧਿਕਸ਼ ਜਾਂ ਪ੍ਰਬੰਧਕ ਜਾਂ ਮੈਂਬਰ, ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਸੰਗਤ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਸਾਹਮਣੇ ਆਵੇ ਕਿ ਕੋਈ ਉਂਗਲੀ ਚੁੱਕ ਪਾਵੇ। ਔਰ ਉਹਨਾਂ ਨੂੰ ਮੇਰੇ ਖਿਆਲ ਸਾਰਾ ਕੰਮ ਟਰਾਂਸਪੇਰੈਂਸੀ ਨਾਲ ਕਰਨਾ ਚਾਹੀਦਾ ਹੈ ਔਰ ਸੰਗਤ ਨੂੰ ਦੱਸਣਾ ਵੀ ਚਾਹੀਦਾ ਹੈ। ਡਾਕਟਰ ਸਾਹਿਬ, ਸਵਾਲ ਇਸ ਕਰਕੇ ਚੁੱਕਦੇ ਹਾਂ ਕਿਉਂਕਿ ਪਿਛਲੇ 5 ਸਾਲਾਂ ਦੇ ਵਿੱਚ ਸੰਗਤ ਇੰਨੀ ਜਾਗਰੂਕ ਨਹੀਂ ਸੀ, ਉਹਨਾਂ ਨੂੰ ਨਹੀਂ ਸੀ ਪਤਾ ਉੱਥੇ ਕੀ ਕੁਝ ਹੋ ਰਿਹਾ ਹੈ। ਹੁਣ ਇਹਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਕਹੀਏ ਜਾਂ ਕੁਝ ਹੋਰ ਕਹੀਏ, ਕਿਉਂਕਿ ਜਦੋਂ ਅਸੀਂ ਕਵਰ ਕਰਨਾ ਸ਼ੁਰੂ ਕੀਤਾ ਹੈ, ਘਰ ਘਰ ਦੇ ਵਿੱਚ ਇੱਕ ਇੱਕ ਚੀਜ਼ ਜਾ ਰਹੀ ਹੈ। ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਪਾਇਆ ਗਿਆ। ਜਿਹੜਾ ਕਰੋੜਾਂ ਦਾ ਨੁਕਸਾਨ ਹੋਇਆ, ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਡਾਇਰੈਕਟਰ ਨੇ ਜਾਂ ਪੂਰੇ ਰਨਿੰਗ ਕਮੇਟੀ, ਉਹਨਾਂ ਦੇ ਆਪਸੀ ਤਾਲਮੇਲ ਨਾ ਹੋਣ ਦਾ ਖਾਮਿਆਜਾ ਜਿਹੜਾ ਹੈ ਉਹ ਸੰਗਤ ਦੀ ਰਕਮ ਦਾ ਭੁਗਤਣਾ ਪਿਆ, ਸੰਗਤ ਦਾ ਨੁਕਸਾਨ ਹੋਇਆ। ਕਿਤੇ ਨਾ ਕਿਤੇ ਹੁਣ ਰੋਸ਼ ਪਾਈ ਜਾ ਰਹੀ ਹੈ ਸੰਗਤ, ਇਹ ਸੰਗਤ ਬਖਸ਼ਣ ਦੇ ਮੂਡ 'ਚ ਨਹੀਂ ਹੈ ਇਸ ਵਾਰ, ਜੇ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਵਾਇਰਲ ਹੁੰਦੀਆਂ ਨੇ ਤਾਂ। ਨਹੀਂ, ਬਹੁਤ ਚੰਗੀ ਗੱਲ ਹੈ। ਬੇਸਿਕਲੀ ਮੈਂ ਸਿੱਖ ਸੰਗਤ ਦਾ ਵੀ ਬੜਾ ਆਭਾਰੀ ਹਾਂ ਕਿ ਚੀਜ਼ਾਂ ਵਿੱਚ ਪਾਰਦਰਸ਼ਿਤਾ ਵਧਾਉਣ ਵਿੱਚ ਟੀਵੀ ਚੈਨਲ ਦਾ ਔਰ ਮੀਡੀਆ ਦਾ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਔਰ ਤੁਸੀਂ ਉਸ ਭੂਮਿਕਾ ਨੂੰ ਬਖੂਬੀ ਨਿਭਾ ਰਹੇ ਹੋ। ਔਰ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ ਵੀ ਬਹੁਤ ਵੱਡੀ ਉਹਦੀ ਭੂਮਿਕਾ ਹੁੰਦੀ ਹੈ। ਮੇਰੀ ਕੋਸ਼ਿਸ਼ ਹੈ ਕਿ ਜਦੋਂ ਦਾ ਮੈਂ ਦਾਸ ਦੇ ਕਮੇਟੀ ਨੇ ਜਾਂ ਦਾਸ ਦੀ ਟੀਮ ਨੇ ਕਾਰੋਬਾਰ ਗ੍ਰਹਿਣ ਕੀਤਾ ਹੈ, ਅਸੀਂ ਹਰ ਚੀਜ਼ ਸੋਸ਼ਲ ਮੀਡੀਆ 'ਤੇ ਪਾਉਣੇ ਹੈ। ਅਸੀਂ ਗੋਲਕ ਦੇ ਨਿਯਮ ਜਾਂ ਤੁਹਾਡੀ ਇਨਕਮ ਜਿਹੜੀ ਹੈਗੀ ਨੇ ਜਾਂ ਖਰਚੇ ਹੈਗੇ ਨੇ, ਉਹ ਪੇਜ 'ਤੇ ਵੀ, ਆਪਣੇ ਪੇਜ 'ਤੇ ਵੀ ਪਾਉਣੇ ਹੈ। ਔਰ ਟਾਈਮ ਟੂ ਟਾਈਮ ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ, ਅਸੀਂ ਜਿਹੜੇ ਕੰਮ ਕੀਤੇ ਨੇ ਉਹ ਸਾਰੇ ਸੰਗਤ ਨੂੰ ਦੱਸਣ ਦੀ ਕੋਸ਼ਿਸ਼ ਕਰਨਾ ਹੈ। ਔਰ ਮੈਂ ਬੇਨਤੀ ਕਰਾਂਗਾ ਸਿੱਖਿਆ ਸਮਿਤੀ ਨੂੰ ਵੀ ਕਿ ਉਹ ਵੀ ਟਾਈਮ ਟੂ ਟਾਈਮ ਕੈਮਰੇ ਦੇ ਸਾਹਮਣੇ ਵੀ ਆਉਣ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਹ ਕੀ ਕਰ ਰਹੇ ਨੇ, ਕਿਉਂ ਕਰ ਰਹੇ ਨੇ, ਕਿਸ ਪਾਲਿਸੀ ਨੂੰ ਲੈ ਕੇ ਆ ਰਹੇ ਨੇ, ਉਹ ਜਿੰਨਾ ਸੰਗਤ ਦੇ ਸਾਹਮਣੇ ਰੂਬਰੂ ਹੋਣਗੇ ਉਹਨਾਂ ਟਰਾਂਸਪੇਰੈਂਟ ਰਹਿਣਗੇ। ਔਰ ਫਿਲਹਾਲ ਕਿਉਂਕਿ ਹੁਣ ਸੰਗਤ ਨੇ ਉਹਨਾਂ ਨੂੰ ਬਹੁਮਤ ਦੇ ਆਧਾਰ 'ਤੇ ਚੁਣਿਆ ਹੈ, ਡਾਇਰੈਕਟਰਾਂ ਨੇ ਉਹਨਾਂ ਨੂੰ ਬਹੁਮਤ ਦੇ ਆਧਾਰ 'ਤੇ ਚੁਣਿਆ ਹੈ, ਅਤੇ ਮੈਂ ਅੱਜ ਦੀ ਡੇਟ ਵਿੱਚ ਮੇਰੇ ਕੋਲ ਕੋਈ ਐਸਾ ਆਧਾਰ ਨਹੀਂ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਕਿੰਤੂ ਪਰੰਤੂ ਕਰਾਂ। ਡਾਕਟਰ ਸਾਹਿਬ, ਇੱਕ ਇਹ ਵੀ ਜਤਾਇਆ ਗਿਆ ਕਿ ਉੱਥੇ ਵੇਖਿਆ ਗਿਆ ਕਿ ਕੁਝ ਮੈਂਬਰਾਂ ਨੇ ਬਹਿਸ਼ਕਾਰ ਕੀਤਾ ਹੈ, ਭਾਵੇਂ ਜਨਰਲ ਸੈਕਟਰੀ ਵੀ ਉਹਦੇ ਵਿੱਚ ਮੌਜੂਦ ਸਨ ਅਤੇ ਹੋਰ ਵੀ, ਅਤੇ ਹੁਣ ਕੀ ਉਮੀਦ ਜਤਾਈ ਜਾ ਰਹੀ, ਇਹ ਵੀ ਚਰਚਾ ਹੈ ਕਿ ਉਹ ਕੋਰਟ ਜਾਣ ਦੀ ਤਿਆਰੀ ਕਰ ਰਹੇ ਨੇ। ਸਾਨੂੰ ਪੁਖਤਾ ਦੀ ਜਾਣਕਾਰੀ ਨਹੀਂ ਹੈ, ਲੇਕਿਨ ਉੱਪਰੋਂ ਕੁਝ ਲੋਕਾਂ ਨੇ ਸਾਨੂੰ ਕਿਹਾ ਹੈ ਕਿ ਜਾ ਸਕਦੇ ਨੇ, ਅਤੇ ਅਗਰ ਉਹ ਕੋਰਟ ਜਾਂਦੇ ਨੇ ਤਾਂ ਫਿਰ ਰੌਲਾ ਨਹੀਂ ਅਟਕੇਗਾ, ਫਿਰ ਇਸ ਸਿੱਖਿਆ ਸਮਿਤੀ ਦੀ ਵੀ ਗਠਨ? ਦੇਖੋ, ਕੋਰਟ ਵਿੱਚ ਜਾਣਾ ਹਰੇਕ ਦਾ ਹੱਕ ਹੈ, ਕੋਈ ਕਿਸੇ ਨੂੰ ਨਹੀਂ ਰੋਕ ਸਕਦੇ, ਪਰ ਗੁਰੂ ਘਰ ਵਿੱਚ ਜੋ ਕੁਝ ਹੋਣਾ ਚਾਹੀਦਾ ਹੈ ਉਹ ਬੇਸਿਕਲੀ ਸਹੀ ਤਰੀਕੇ ਹੋਣਾ ਚਾਹੀਦਾ ਹੈ। ਇਹ ਕਿਉਂਕਿ ਹੁਣ ਇਹ ਸਿਆਸਤ ਦਾ ਕੇਂਦਰ ਨਹੀਂ ਹੈਗਾ, ਇਹਦੇ ਵਿੱਚ ਮੇਰੇ ਵਿਚਾਰ ਨਾਲ ਬਹਿਸ਼ਕਾਰ ਵੀ ਨਹੀਂ ਕਰਨਾ ਚਾਹੀਦਾ ਸੀ। ਹਾਂ, ਇੱਕ ਬਾਈਲੋਜ ਕੀ ਕਹਿੰਦਾ, ਉਹ ਬਹਿਸ਼ਕਾਰ ਜਿਹੜਾ ਉਹਨਾਂ ਨੇ ਕੀਤਾ ਬਾਈਲੋਜ ਦੇ ਅਕੋਰਡਿੰਗ ਕੀਤਾ, ਬਹਿਸ਼ਕਾਰ ਕਰ ਸਕਦੇ ਨੇ? ਦੇਖੋ, ਬਾਈਲੋਜ ਤਾਂ ਕਿਸੇ ਵਿੱਚ ਵੀ ਨਹੀਂ ਲਿਖਿਆ ਹੁੰਦਾ ਬਹਿਸ਼ਕਾਰ ਦਾ, ਪਾਰਲੀਮੈਂਟ ਵਿੱਚ ਵੀ ਨਹੀਂ ਲਿਖਿਆ ਹੁੰਦਾ, ਅਸੈਂਬਲੀ ਵਿੱਚ ਵੀ ਨਹੀਂ ਲਿਖਿਆ ਹੁੰਦਾ, ਪਰ ਫਿਰ ਵੀ ਬੈਠ ਕੇ ਵਿਚਾਰ ਔਰ ਮੰਤਵ ਕਰਨਾ ਚਾਹੀਦਾ ਹੈ। ਜਦੋਂ ਵੀ ਗੁਰੂ ਘਰ ਵਾਸਤੇ ਬੈਠਣ ਸਾਰੇ 27 ਡਾਇਰੈਕਟਰਾਂ ਨੂੰ ਬੈਠ ਕੇ ਉਹਦੇ ਤੋਂ ਵਿਚਾਰ ਕਰਨਾ ਚਾਹੀਦਾ ਹੈ ਔਰ ਫਿਰ ਬਹੁਮਤ ਦੇ ਹਿਸਾਬ ਨਾਲ ਜਿਹਦੇ ਵਿੱਚ ਸੰਗਤ ਖੁਸ਼ ਹੈਗੀ ਹੈ, ਜਿਹਦੇ ਵਿੱਚ ਡਾਇਰੈਕਟਰ ਖੁਸ਼ ਹੈਗੇ ਨੇ, ਉਹ ਫੈਸਲੇ ਕਰਨੇ ਚਾਹੀਦੇ ਨੇ। ਇਹਨੂੰ ਪਹਿਲੀ ਚੀਜ਼ ਤਾਂ ਹਾਰ ਔਰ ਜਿੱਤ ਨਹੀਂ ਸਮਝਣਾ ਚਾਹੀਦਾ। ਜਿੱਥੇ ਆਪਾਂ ਹਾਰ ਔਰ ਜਿੱਤ ਕਰਾਂਗੇ ਉੱਥੇ ਇੱਕ ਦੂਸਰੇ ਨੂੰ ਤਕਲੀਫ ਪਹੁੰਚਾਵਾਂਗੇ। ਕਿੰਨੇ ਡਾਇਰੈਕਟਰ ਨੇ ਜਿਹੜੇ ਇਸ ਫੈਸਲੇ ਤੋਂ ਖੁਸ਼ ਨਹੀਂ? ਦੇਖੋ, ਮੈਂ ਇਹ ਕੌਣ ਖੁਸ਼ ਹੈ ਕੌਣ ਨਹੀਂ ਖੁਸ਼ ਹੈ ਤਾਂ ਮੈਂ ਨਹੀਂ ਕਹਿ ਪਾਵਾਂਗਾ, ਲੇਕਿਨ ਕਿਉਂਕਿ ਉੱਥੇ 17 ਡਾਇਰੈਕਟਰ ਰਹਿ ਗਏ ਸੀ ਜਿਨ੍ਹਾਂ ਦੇ ਸਿਗਨੇਚਰ ਹੋਏ ਸੀ, 27 ਡਾਇਰੈਕਟਰ ਆਏ ਸੀ, 17 ਡਾਇਰੈਕਟਰਾਂ ਨੇ ਇੱਕ ਮਤ ਨਾਲ ਜਿਹੜੇ ਪਾਰਿਤ ਕੀਤੇ ਨੇ, ਅਤੇ ਉਹ ਬਹੁਮਤ ਦੇ ਆਧਾਰ 'ਤੇ ਨਿਰਣਾ ਹੈਗਾ। ਉਸ ਤੋਂ ਬਾਅਦ ਕੁਝ ਡਾਇਰੈਕਟਰ ਜਿਹੜੇ ਰਹਿ ਗਏ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇਹਦੇ ਵਿੱਚ ਤੁਹਾਡੇ ਫੈਸਲੇ ਤੋਂ ਸਹਿਮਤ ਹੋਣਾ ਚਾਹੁੰਦੇ ਨੇ? ਦੇਖੋ, ਮੇਰੇ ਨਾਲ ਸਾਰੇ ਡਾਇਰੈਕਟਰ ਟੱਚ ਵਿੱਚ ਹੈਗੇ ਨੇ, ਬਾਕੀ ਉਹਨਾਂ ਦੇ ਵਿਚਾਰ ਹੈਗੇ ਨੇ, ਕੋਈ ਆਪਣੇ ਆਪਣੇ ਕਾਰਨ ਹੋ ਸਕਦੇ ਨੇ। ਸਹਿਮਤੀ ਅਸਹਿਮਤੀ ਵੀ ਕੋਈ ਜ਼ਰੂਰੀ ਨਹੀਂ ਕਿ ਉਹ ਟੋਟਲ ਅਸਹਿਮਤੀ ਹੋਣ। ਉਹ ਕਈ ਵਾਰੀ ਹੁੰਦਾ ਕਿ ਟੀਮ ਦੇ ਅੰਦਰ ਵੀ ਥੋੜ੍ਹਾ ਮਤਭੇਦ ਹੋ ਜਾਂਦਾ ਹੈ,
ਕਿ ਕੋਈ ਤੁਹਾਨੂੰ ਬਣਾਉਣ ਦੇ ਪੱਖੇ 'ਚ ਤਾਂ ਕੋਈ ਇਹਨਾਂ ਨੂੰ ਬਣਾਉਣ ਦੇ ਪੱਖੇ 'ਚ ਹੈ। ਉਸ ਕਰਕੇ ਥੋੜ੍ਹਾ ਮਤਭੇਦ ਹੋ ਜਾਂਦਾ ਹੈ। ਜਦੋਂ ਵੀ ਇਲੈਕਸ਼ਨ ਹੁੰਦੇ ਨੇ ਘਰ ਦੇ ਅੰਦਰ ਵੀ ਮਤਭੇਦ ਹੋ ਜਾਂਦੇ ਨੇ, ਲੇਕਿਨ ਇਹਨੂੰ ਮੈਂ ਫਿਰ ਵੀ ਇਹ ਕਹਾਂਗਾ ਕਿ ਜੋ ਵੀ ਕੰਮ ਕਰਨ 27 ਦੇ 27 ਡਾਇਰੈਕਟਰ ਹਮੇਸ਼ਾ ਇੱਕ ਟੀਮ ਮੰਨ ਕੇ ਕਰਨ। ਇਹ ਗੁਰਦੁਆਰੇ ਦੀ ਸਮਿਤੀ ਹੈਗੀ ਹੈ, ਇਹਦੇ ਵਿੱਚ ਕੋਈ ਪਾਰਟੀ ਪੋਲਿਟਿਕਸ ਕੋਈ ਨਹੀਂ, ਕੋਈ ਦੋ ਪਾਰਟੀਆਂ ਕੋਈ ਨਹੀਂ, ਨਾ ਡਾਕਟਰ ਸਾਹਿਬ ਜੀ ਅਸੀਂ ਮਹਿਸੂਸ ਕੀਤਾ ਤੁਸੀਂ ਸ਼ੁਰੂ ਤੋਂ ਹੀ ਰਹੇ ਹੋ ਕਿ ਦੋਨਾਂ ਸਾਰੇ ਮੈਂਬਰਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਲਿਆ ਕੇ ਤੁਹਾਡੀ ਹਮੇਸ਼ਾ ਕੋਸ਼ਿਸ਼, ਕਈ ਵਾਰੀ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹਾਂ, ਹਾਲਾਂਕਿ ਤੁਸੀਂ ਇਹਦੇ 'ਚ ਕੁਝ ਬਹੁਤ ਵੱਡੀ ਉਪਲਬਧੀ ਵੀ ਹਾਸਲ ਕੀਤੀ ਹੈ। ਮੰਨ ਲਓ ਇਹ ਜਿਹੜੀ ਸਿੱਖਿਆ ਸਮਿਤੀ ਗਠਨ ਹੋਇਆ ਉਹਦੇ ਜ਼ਿਆਦਾਤਰ ਮੈਂਬਰ ਸ਼ਾਮਲ ਨੇ, ਤੇ ਇਸ ਤਰ੍ਹਾਂ ਮਤਲਬ ਤੁਸੀਂ ਕਿਉਂ ਸੋਚਦੇ ਹੋ ਕਿ ਇਕੱਠੇ ਇਹਨਾਂ ਨੂੰ ਬੈਠਣਾ ਚਾਹੀਦਾ? ਦੇਖੋ ਮੇਰੇ ਵਿਚਾਰ ਨਾਲ ਮਤਲਬ ਕਨਸਟੀਟਿਊਸ਼ਨਲੀ ਵੀ ਕੋਈ ਐਸਾ ਪਾਰਟੀ ਦੇ ਬਾਰੇ ਲਿਖਿਆ ਨਹੀਂ ਹੋਇਆ। ਜਿਹੜਾ ਆਪਣਾ ਗੁਰਦੁਆਰੇ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਰੀਜਨਲ ਰਿਪਰੈਜ਼ੈਂਟੇਸ਼ਨ ਹੈਗਾ ਕਿ ਸ਼ਾਹਜਹਾਂਪੁਰ ਤੋਂ ਕਿੰਨੇ ਲੋਕ ਹੋਣਗੇ, ਜਾਂ ਬਰੇਲੀ ਤੋਂ ਕਿੰਨੇ ਲੋਕ ਹੋਣਗੇ, ਜਾਂ ਲਖੀਮਪੁਰ ਤੋਂ ਕਿੰਨੇ ਲੋਕ ਹੋਣਗੇ। ਇਹ ਉਹਦੇ ਵਿੱਚ ਪਾਰਟੀ ਰਜਿਸਟ੍ਰੇਸ਼ਨ ਦਾ ਕੋਈ ਕਨਸੈਪਟ ਨਹੀਂ ਹੈਗਾ ਕਿ ਇਸ ਪਾਰਟੀ ਤੋਂ ਇੰਨੇ ਲੋਕ ਹੋਣਗੇ, ਜਾਂ ਜਿਵੇਂ ਹੀ ਆਪਾਂ 14 ਹੁੰਦੇ ਤਾਂ ਆਪਾਂ ਇਹ ਕਹੀਏ ਕਿ ਵੀ ਹੁਣ 13 ਲੋਕਾਂ ਨੂੰ ਇਗਨੋਰ ਕਰ ਦੇਣਾ ਤੇ ਆਪਾਂ 14 ਨੇ ਮਿਲ ਕੇ ਸਰਕਾਰ ਬਣਾਉਣੀ ਹੈ, ਇਹਨਾਂ ਦਾ ਇੱਕ ਬੰਦਾ ਵੀ ਨਹੀਂ ਰੱਖਣਾ। ਇਹ ਉਹਦਾ ਮੰਤਵ ਨਹੀਂ ਹੈਗਾ। ਲੇਕਿਨ ਕਿਤੇ ਨਾ ਕਿਤੇ ਪਿਛਲੇ 5 ਸਾਲਾਂ 'ਚ ਹੋਇਆ ਤਾਂ ਇਹੋ ਹੀ ਹੈ। ਇਹ ਕਿਉਂਕਿ ਪਹਿਲੇ ਇੱਕ ਪਰਿਪਾਟੀ ਬਣ ਗਈ ਹੈ, ਆਪਾਂ ਉਸ ਪਰਿਪਾਟੀ ਦੇ ਉੱਤੇ ਚੱਲ ਰਹੇ ਹਾਂ। ਇਸ ਪਰਿਪਾਟੀ ਨੂੰ ਖਤਮ ਕਰਨ ਦੀ ਲੋੜ ਹੈ। ਇਹ ਚਾਹੇ ਕਿਸੇ ਵੀ ਵਿਚਾਰਧਾਰਾ ਤੋਂ ਆਇਆ, ਚਾਹੇ ਕਿਸੇ ਵੀ ਬੈਕਗਰਾਊਂਡ ਤੋਂ ਆਇਆ, ਉਹ 27 ਦੇ 27 ਉੱਥੇ ਖੇਤਰੀ ਪ੍ਰਤੀਨਿਧਿਤਵ ਕਰ ਰਹੇ ਨੇ, ਖੇਤਰੀ ਆਪਣੇ ਖੇਤਰ ਦਾ ਰਿਪਰੈਜ਼ੈਂਟੇਸ਼ਨ ਕਰ ਰਹੇ ਨੇ, ਤੇ ਉਹਨਾਂ ਸਭ ਦੀ ਇਕੁਅਲੀ ਬੈਠਣਾ ਚਾਹੀਦਾ ਹੈ। ਤਾਂ ਹੀ ਤੁਹਾਡੀ ਕੋਸ਼ਿਸ਼ ਰਹੀ ਹੈ ਕਿ ਸਾਰਿਆਂ ਨੂੰ ਮਿਲਾ ਜੁਲਾ ਹਾਂਜੀ, ਗੱਲ ਜਿਹੜੀ ਇਹ ਮੁੱਦੇ ਤੇ ਗੱਲ ਕਰਨੀ ਚਾਹੀਦੀ ਕਿ ਇਹ ਚੀਜ਼ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਉਸ ਦੇ ਉੱਤੇ ਹੱਥ ਖੜਾ ਕਰਨਾ ਚਾਹੀਦਾ ਹੈ। ਔਰ ਉਹਦੇ ਵਿੱਚ ਵੀ ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਮੈਂ ਇਸ ਪਾਰਟੀ ਤੋਂ ਆਇਆ ਤਾਂ ਮੈਂ ਜ਼ਬਰਦਸਤੀ ਹੱਥ ਇਸ ਵਾਸਤੇ ਖੜਾ ਕਰਨਾ। ਆਪਣੀ ਬੁੱਧੀ ਵਿਵੇਕ ਲਗਾ ਕੇ ਕਿ ਭਈ ਇਹ ਪ੍ਰਸਤਾਵ ਠੀਕ ਹੈਗਾ ਜਾਂ ਨਹੀਂ। ਅੱਛਾ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਭਾਵੇਂ ਪ੍ਰਸਤਾਵ ਠੀਕ ਵੀ ਹੈ, ਚਸ਼ਮਾ ਦੂਜੀ ਪਾਰਟੀ ਲੱਗਾ ਹੁੰਦਾ ਤੇ ਉਹਦੇ ਕਰਕੇ ਥੋੜਾ ਜਿਹਾ। ਹਾਂਜੀ, ਮੈਂ ਉਸ ਚੀਜ਼ ਨੂੰ ਮੈਂ ਮਿਟਾਉਣਾ ਚਾਹੁੰਦਾ। ਮਤਲਬ ਮੇਰਾ ਆਪਣੀ ਦਿਲੀ ਇੱਛਾ ਹੈ ਕਿ ਉਹਨੂੰ ਮੈਰਿਟ ਕਹਿੰਦੇ ਨੇ, ਕਿ ਮੈਰਿਟ ਤੇ ਕੰਮ ਕਰੋ, ਗੁਣ ਦੋਸ਼ ਤੇ ਕੰਮ ਕਰੋ, ਕਿ ਇਹ ਫੁੱਲ ਇੱਥੇ ਲਗਾਉਣਾ ਹੈ ਕਿ ਨਹੀਂ ਲਗਾਉਣਾ, ਇੱਥੇ ਲੱਗੇਗਾ ਚੰਗਾ ਲੱਗੇਗਾ, ਜਾਂ ਪੀਲਾ ਚੰਗਾ ਲੱਗੇਗਾ, ਸਫੇਦ ਚੰਗਾ ਲੱਗੇਗਾ। ਆਪਣੀ ਬੁੱਧੀ ਵਿਵੇਕ ਨਾਲ ਦੱਸੋ ਵੀ ਕਿ ਗੁਰੂ ਘਰ ਵਾਸਤੇ ਇਹ ਚੀਜ਼ ਠੀਕ ਹੈ ਕਿ ਨਹੀਂ ਹੈ। ਤੇ ਉਹਦੇ ਵਿੱਚ ਕੋਈ ਵੀ ਫੈਸਲੇ ਉੱਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਬਈ ਐਕਸ ਨੇ ਕਿਹਾ ਇਸ ਕਰਕੇ ਉਹ ਜਿੱਤ ਗਿਆ ਤੇ ਮੈਂ ਵਾਈ ਵਾਲੇ ਹਾਰ ਗਏ। ਇਹਨਾਂ ਗੱਲਾਂ ਨੂੰ ਉੱਤੇ ਵਿਚਾਰ ਨਹੀਂ ਕਰਨਾ ਚਾਹੀਦਾ, ਔਰ ਇਸ ਲਾਈਨ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ਪਰਿਪਾਟੀ ਨੂੰ ਹੀ ਚੇਂਜ ਕਰਨ ਦੀ ਲੋੜ ਹੈ। ਬਿਲਕੁਲ ਜੀ। ਸੰਗਤ ਜੀ, ਇੱਕ ਸਵਾਲ ਹੋਰ ਹੈ, ਚਰਚਾ ਵਿੱਚ ਬੜੀ ਚਰਚਾ ਗਰਮ ਹੈ ਕਿ ਬਾਈਲਾਅ ਦੇ ਅਕੋਰਡਿੰਗ 1 ਸਾਲ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਨਹੀਂ ਹਟਾਇਆ ਜਾ ਸਕਦਾ, ਲੇਕਿਨ ਕਿਤੇ ਨਾ ਕਿਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਕਿਉਂਕਿ ਇਹਨਾਂ ਦੇ ਜਿਹੜੇ ਤੁਰੰਤ ਨਿਰਣੈ ਲੈਣ ਦੀ ਜਿਹੜੀ क्षमता ਹੈ, ਸਖਤ ਕਦਮ ਚੁੱਕਣ ਦੇ ਲਈ, ਜਿਵੇਂ ਹੁਣ ਸਿੱਖਿਆ ਸਮਿਤੀ ਦਾ ਜਿਹੜਾ ਗਠਨ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਨਿਰਣੈ ਲੈਣ ਦੀ क्षमता ਜਿਹੜੀ ਉੱਭਰ ਕੇ ਸਾਹਮਣੇ ਆਈ ਹੈ, ਉਹਦੇ ਤੋਂ ਕਈ ਲੋਕ ਨਾਰਾਜ਼ ਨੇ ਤੇ ਸਾਜ਼ਿਸ਼ਾਂ ਰਚੀ ਜਾ ਰਹੀਆਂ ਕਿ ਬਹੁਤ ਹੀ ਮੁਸ਼ਕਿਲ ਇਹਨਾਂ ਨੂੰ 1 ਸਾਲ ਤੱਕ ਝੇਲਿਆ ਜਾ ਰਿਹਾ, ਉਸ ਤੋਂ ਬਾਅਦ ਤੁਰੰਤ ਹੀ ਤਖਤਾ ਪਲਟ ਕਰਕੇ ਕਿਸੇ ਹੋਰ ਨੂੰ ਬਾਗਡੋਰ ਸੌਂਪੀ ਜਾਏਗੀ। ਡਾਕਟਰ ਸਾਹਿਬ ਜੀ, ਇਹ ਵੀ ਚਰਚਾ ਹੈਗੀ ਹੈ ਤੁਹਾਡੇ ਨਿਰਣੈ ਲੈਣ ਦੀ क्षमता ਤੋਂ ਭਾਵੇਂ ਸੰਗਤ ਦਾ ਬੜਾ ਫਾਇਦਾ ਹੋ ਰਿਹਾ, ਉਹ ਲੱਖਾਂ ਦਾ ਤੁਸੀਂ ਇੱਕ ਮਤਲਬ ਤੁਹਾਡੇ ਨਿਰਣੇ ਦੇ ਨਾਲ ਬਹੁਤ ਉੱਥੇ ਵਾਧਾ ਹੋਇਆ, ਲੇਕਿਨ ਤੁਹਾਨੂੰ ਨਹੀਂ ਪਹੁੰਚਾ ਪਾ ਰਿਹਾ, ਜਿਨ੍ਹਾਂ ਦੀ ਕਈ ਚੀਜ਼ਾਂ ਬੰਦ ਹੋ ਗਈ, ਜਿਨ੍ਹਾਂ ਦੇ ਰਸਤੇ ਬੰਦ ਹੋ ਗਏ ਹੋਣੇ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਤੁਹਾਡੀ ਚੈਨਲ ਦੇ ਰਾਹੀਂ ਬੇਨਤੀ ਕੀਤੀ ਸੀ ਕਿ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਆਪਾਂ ਕੰਮ ਕਰ ਰਹੇ ਹਾਂ। ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜਦੋਂ ਕੋਈ ਪਰਿਵਰਤਨ ਦਾ ਸੰਗਤ ਨਿਰਣੈ ਲੈਂਦੀ ਹੈ, ਇਹ ਡਾਇਰੈਕਟਰ ਵੀ ਸੰਗਤ ਦੇ ਪ੍ਰਤੀਨਿਧੀ ਨੇ, ਚਾਬੀ ਸੰਗਤ ਦੇ ਹੱਥ ਵਿੱਚ ਹੈ। ਜਦੋਂ ਜੋ ਸੰਗਤ ਦਾ ਨਿਰਣੈ ਹੋਏਗਾ ਆਪਾਂ ਨੂੰ ਸਿਰ ਮੱਥੇ, ਆਪਾਂ ਜਦੋਂ ਤੱਕ ਗੁਰੂ ਨਾਨਕ ਦੇਵ ਜੀ ਨੇ ਸੇਵਾ ਬਖਸ਼ੀ ਹੋਈ ਹੈ ਆਪਾਂ ਇਮਾਨਦਾਰੀ ਨਾਲ ਕਰਾਂਗੇ, ਆਪਣੀ ਨਿਸ਼ਠਾ ਨਾਲ ਕਰਾਂਗੇ, ਤੇ ਜਦੋਂ ਸੰਗਤ ਦਾ ਜੋ ਫੈਸਲਾ ਹੋਏਗਾ ਉਹ ਸਿਰ ਮੱਥੇ। ਯਾਨੀ ਪਦ ਦੀ ਕੋਈ ਲਾਲਸਾ ਨਹੀਂ ਹੈ? ਨਹੀਂ, ਪਦ ਤਾਂ ਮੈਂ ਪਹਿਲੇ ਵੀ ਕੋਈ ਐਸਾ ਧਾਰਨਾ ਲੈ ਕੇ ਨਹੀਂ ਆਇਆ ਸੀ ਕਿ ਮੈਂ ਇੱਥੇ ਮੁੱਖ ਸੇਵਾਦਾਰੀ ਕਰਨ ਆ ਰਿਹਾ, ਤੇ ਮੈਂ ਤਾਂ ਰਿਟਾਇਰਮੈਂਟ ਦੇ ਬਾਅਦ ਸਿਰਫ ਸੇਵਾ ਵਾਸਤੇ ਹੀ ਆਇਆ ਸੀ। ਤੇ ਉਹ ਸੰਗਤ ਨੇ ਜਿਹੜੀ ਵੀ ਜ਼ਿੰਮੇਵਾਰੀ ਬਖਸ਼ੀ ਹੈ, ਵਾਹਿਗੁਰੂ ਜੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਮੈਂ ਉਹਨੂੰ ਆਪਣੇ ਵੱਲੋਂ ਇਮਾਨਦਾਰੀ ਨਾਲ ਨਿਭਾਵਾਂਗਾ। ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੋ? ਬਸ ਮੇਰੀ ਇੰਨੀ ਬੇਨਤੀ ਹੈ ਕਿ ਸੰਗਤ ਵੀ ਇਹ ਕੋਸ਼ਿਸ਼ ਕਰੇ ਕਿ ਜਿਹੜੀ ਆਪਣੇ ਜਿੰਨੇ ਡਾਇਰੈਕਟਰ ਪਾਰਟੀ ਬਾਜੀ ਦੇ ਲਾਈਨ 'ਤੇ ਹੈਗੇ ਨੇ ਨਾ, ਇਹਨਾਂ ਨੂੰ ਸਭ ਨੂੰ ਏਕਾ ਕਰਨ, ਔਰ ਸਭ ਜਿਸ ਟਾਈਮ ਬੈਠਿਆ ਕਰਨ ਉਸ ਟਾਈਮ ਇਸ ਲਾਈਨ ਤੋਂ ਹਟ ਕੇ ਸੋਚਿਆ ਕਰਨ, ਔਰ ਮੈਰਿਟ ਤੇ ਗੱਲ ਕਰਨ ਕਿ ਬਈ ਗੁਰੂ ਘਰ ਵਾਸਤੇ ਇਹ ਫੈਸਲਾ ਕਰੀਏ ਕਿ ਨਾ ਕਰੀਏ, ਔਰ ਸਿਰਫ ਗੁਰੂ ਘਰ ਨੂੰ ਸੰਮੁਖ ਰੱਖਣ, ਹੋਰ ਕੋਈ ਵੀ ਚੀਜ਼ ਦਿਮਾਗ 'ਚ ਨਾ ਹੋਵੇ, ਨਾ ਕਿਸੇ ਦਾ
ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਖੁਦ ਹੀ ਹਰ ਤਰ੍ਹਾਂ ਦਾ ਭੇਦਭਾਵ, ਊਚ ਨੀਚ, ਜਾਤ ਪਾਤ ਸਾਰੀ ਚੀਜ਼ਾਂ ਖਤਮ ਕੀਤੀਆਂ ਨੇ। ਔਰ ਆਪਾਂ ਨੂੰ ਤਾਂ ਗੁਰਸਿੱਖਾਂ ਨੂੰ ਪਹਿਲੀ ਮਾਤੇ ਦਿੱਤੀ ਗਈ ਹੈ ਕਿ ਜਦੋਂ ਤੁਸੀਂ ਅੰਮ੍ਰਿਤ ਬਾਟਾ ਸ਼ੇਅਰ ਕਰ ਲਿਆ, ਉਹਦੇ ਬਾਅਦ ਤੁਹਾਡੇ ਵਿੱਚ ਕੋਈ ਫਰਕ ਹੀ ਕੋਈ ਨਹੀਂ, ਤੁਸੀਂ ਸਾਰੇ ਇੱਕ ਹੈਗੇ ਹੋ। ਤੇ ਫਿਰ ਇਹ ਭੇਦ ਹਟਣਾ ਚਾਹੀਦਾ ਹੈ। ਇਸ ਭੇਦ ਨੂੰ ਹਟਾਉਣਾ ਵੀ ਇੱਕ ਛੋਟੀ ਜੀ ਸੇਵਾ ਹੀ ਸਮਝੋ, ਅਗਰ ਮੈਂ ਕਾਮਯਾਬ ਹੋ ਜਾਣਾ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਜੁੜੇ ਹੋਏ ਡਾਕਟਰ ਹਰਬੰਸ ਸਿੰਘ ਚੁੱਘ ਸਾਹਿਬ ਜੀ, ਜਿਹੜੇ ਪੂਰਵ IAS ਆਫੀਸਰ ਨੇ। DM ਵਰਗੇ ਅਹੁਦਿਆਂ ਤੇ ਰਹਿ ਕੇ ਇਹਨਾਂ ਨੇ ਆਪਣੀ ਸੇਵਾਵਾਂ ਦਿੱਤੀਆਂ ਨੇ ਤੇ ਹੁਣ ਗੁਰੂ ਘਰ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ, ਉਹਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਨੇ। ਇਹਨਾਂ ਦੇ ਆਉਣ ਤੋਂ ਬਾਅਦ ਤਰਾਈ ਦੀ ਸੰਗਤ ਨੂੰ ਬਹੁਤ ਵੱਡੀ ਇੱਕ ਉਮੀਦ ਬੱਝੀ ਹੈ, ਕਿਉਂਕਿ ਇਹਨਾਂ ਦੇ ਜਿਹੜੇ ਪਿਛਲੇ ਕੀਤੇ ਕੰਮ ਨੇ, ਭਾਵੇਂ 5 ਸਾਲਾਂ ਤੋਂ ਸਿੱਖਿਆ ਸਮਿਤੀ ਦਾ ਗਠਨ ਨਹੀਂ ਹੋ ਪਾਇਆ, ਟੀਚਰਾਂ ਦੀ ਭਰਤੀ ਰੁਕੀ ਹੋਈ ਹੈ, ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ। ਇਹਨਾਂ ਦੀ ਕਮੇਟੀ ਜਦੋਂ ਬਣੀ ਹੈ 5-6 ਮਹੀਨੇ ਉਦੋਂ ਵੀ ਹੋ ਚੁੱਕੇ ਨੇ, 20-25 ਲੱਖ ਦਾ ਨੁਕਸਾਨ ਉਦੋਂ ਵੀ ਹੋ ਚੁੱਕਿਆ ਹੈ, ਲੇਕਿਨ ਇਹ ਕਾਮਯਾਬ ਹੋਏ ਨੇ ਸਿੱਖਿਆ ਸਮਿਤੀ ਦਾ ਗਠਨ ਕਰਨ 'ਚ। ਹੁਣ ਬਹੁਤ ਵੱਡੀ ਉਮੀਦ ਇਹ ਬੱਝੀ ਹੈ ਕਿ ਜਿਹੜਾ 5.5-6 ਲੱਖ ਦਾ ਨੁਕਸਾਨ ਹੋ ਰਿਹਾ ਹੈ, ਉਹਦੇ ਉੱਤੇ ਬ੍ਰੇਕ ਲੱਗੇਗੀ ਤੇ ਗੁਰੂ ਦੀ ਗੋਲਕ ਦੇ ਵਿੱਚ ਵਾਧਾ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮੇਂ-ਸਮੇਂ ਤੇ ਅਸੀਂ ਫਿਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਉਹ ਤੁਹਾਡੇ ਸਨਮੁਖ ਅਸੀਂ ਰੱਖਾਂਗੇ। ਤੁਸੀਂ ਆਪਣੇ ਵਿਚਾਰ ਇਹਦੇ ਵਿੱਚ ਜ਼ਰੂਰ ਰੱਖ ਸਕਦੇ ਹੋ। ਡਾਕਟਰ ਹਰਬੰਸ ਸਿੰਘ ਚੁੱਘ ਸਾਹਿਬ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਦੇ ਵਿੱਚ ਤੁਹਾਡੀ ਕੀ ਰਾਏ ਹੈ? ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਜੋੜਾਂਗੇ। ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਖੁੱਲ੍ਹਾ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਇੱਕ ਜਾਂਦੇ ਇੱਕ ਗੱਲ ਕਹਾਂ ਕਿ ਅਗਰ ਸੰਗਤ ਦੇ ਕੋਈ ਸੁਝਾਅ ਮੇਰੇ ਵਾਸਤੇ ਵੀ ਹੋਣ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਕਮੈਂਟ ਦੇਖ ਲਵਾਂਗਾ ਜੀ। ਔਰ ਮੈਂ ਜਿੱਥੇ ਵੀ ਆਪਣੇ ਆਪ ਨੂੰ ਕੋਈ ਗਲਤ ਹੋ ਰਿਹਾ ਹੋਵਾਂਗਾ, ਮੈਂ ਕੋਸ਼ਿਸ਼ ਕਰਾਂਗਾ ਜਿੱਥੇ ਕਰੈਕਸ਼ਨ ਪੋਸੀਬਲ ਹੈਗਾ ਉਹ ਸਾਰੇ ਕਰੈਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਬਸ ਇੰਨੀ ਕੋ ਬੇਨਤੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਵਿਚਾਰ ਇਹਦੇ ਵਿੱਚ ਜ਼ਰੂਰ ਰੱਖਦੇ। ਤੁਹਾਡੇ ਮਨ 'ਚ ਕੀ ਵਿਚਾਰ ਨੇ? ਤੁਸੀਂ ਕੀ ਸੋਚਦੇ ਹੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਵਿਖੇ ਕਿਸ ਤਰ੍ਹਾਂ ਦੇ ਹੋਰ ਕੰਮ ਹੋਣੇ ਚਾਹੀਦੇ ਨੇ ਜਿਹਦੇ ਨਾਲ ਸੰਗਤ ਦਾ ਭਲਾ ਹੋ ਸਕੇ? ਸੋ ਹਰਵਿੰਦਰ ਸਿੰਘ ਚਾਵਲਾ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।